Good morning everyone. Welcome back to Commerce Classes. आज का अपना टॉपिक है फी बेस्ड सर्विसेज ऑफ बैंकिंग। सो अगर आप बैंकिंग ਦੀ ਗੱਲ ਕਰਦੇ ਆ ਤਾਂ ਬੈਂਕਸ ਦੇ ਜਿਹੜੇ ਮੇਨ ਪ੍ਰਾਇਮਰੀ ਫੰਕਸ਼ਨਸ ਹੁੰਦੇ ਆ that is accepting of deposits and advancing of loans. Accepting of deposits from the public and advancing of loans to the public. अगर ਆਪਾਂ एक्सेप्ट करते हैं डिपॉजिट्स ਨੂੰ ਤਾਂ ਬੈਂਕ इंटरस्ट प्रोवाइड करता है उस डिपॉजिट से। अगर आप लोन्स एडवांस करते हैं तो बैंक नू उस दे उपर इंटरस्ट मिलता है। तो इन्हां दोनों सर्विसेज ऑफ द बैंक्स नू आप ये कह सकते हैं इंटरस्ट इनकम या उन्होंने आप कह सकते हैं फंड बेस्ड इनकम। बट अज आप टॉपिक ते गल करते हैं फी बेस्ड सर्विसेज। अदर दैन इंटरस्ट इनकम बैंक्स दी होर भी सोर्सेज होंदे हैं जिथों वो इनकम या जिथों वो फंड्स अर्न करते हैं। तो उस इनकम नू आपां कहने आ नॉन इंटरस्ट इनकम या नॉन फंड बेस्ड इनकम। इहदे विच फंड्स का कोई रोल नहीं हुंदा। इहदे विच बैंक्स एक फी चार्ज करते आ कुछ सर्विसेज नू प्रोवाइड करन दे विच। तां जिवें तुसीं देख रहे हो टाइप्स ऑफ बैंक इनकम, ब्रॉड सोर्सेज ऑफ बैंक्स इनकम ਹੁੰਦੀ ਆ ਇੰਟਰਸਟ ਇਨਕਮ ਤੇ ਦੂਸਰੀ ਹੁੰਦੀ ਹੈ ਨॉन ਇੰਟਰਸਟ ਇਨਕਮ। ਅੱਜ ਆਪਾਂ ਨॉन ਇੰਟਰਸਟ ਇਨਕਮ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾ ਜਿਹੜਾ ਆਪਣਾ ਹੈ ਉਹ ਹੈ ਇਸ਼ੂਇੰਗ ਬੈਂਕ ਗਾਰੰਟੀਜ਼। ਨॉन ਇੰਟਰਸਟ ਇਨਕਮ ਜਾਂ ਨॉन ਫੰਡ ਬੇਸਡ ਇਨਕਮ ਇਹ ਉਹ ਫੈਸਿਲਿਟੀਜ਼ ਆ ਜਿਹਦੇ ਵਿੱਚ ਇਮੀਡੀਏਟ ਪੇਮੈਂਟ ਆਫ ਫੰਡਸ ਜਾਂ ਮਨੀ ਇਨਵੋਲਵਡ ਨਹੀਂ ਹੁੰਦੇ। ਬਟ ਬੈਂਕ ਕੀ ਕਰਦਾ ਹੈ? ਬੈਂਕ ਇੱਕ ਕਾइंड ऑफ सपोर्ट प्रोवाइड करता है ऑन बिहाफ ऑफ द कस्टमर टू द थर्ड पार्टीज। इन केस ਜਿਹੜਾ ਕਸਟਮਰ ਹੈ ਉਹ ਆਪਦੀਆਂ ਫਾਈਨੈਂਸ਼ੀਅਲ ਆਬਲੀਗੇਸ਼ਨਸ ਨੂੰ ਪਰਫਾਰਮ ਨਹੀਂ ਕਰਦਾ ਜਾਂ ਉਹਨਾਂ ਨੂੰ ਫੁੱਲਫਿਲ ਨਹੀਂ ਕਰਦਾ ਤਾਂ ਬੈਂਕ ਔਨ ਬਿਹਾਫ ਆਫ ਦਾ ਕਸਟਮਰ ਪੇਮੈਂਟ ਕਰਦਾ ਬੈਨੀਫੀਸ਼ੀਅਰੀਜ਼ ਨੂੰ। ਐਟ ਦ ਟਾਈਮ ਜਦੋਂ ਬੈਂਕ ਉਹ ਪੇਮੈਂਟਸ ਨੂੰ ਕਰਦਾ ਤਾਂ ਜਿਹੜੀਆਂ ਨॉन ਫੰਡ ਕ੍ਰੈਡਿਟ ਫੈਸਿਲਿਟੀਜ਼ ਹੈ ਉਹਨਾਂ ਨੂੰ ਆਪਾਂ ਕ੍ਰੈਡਿਟ ਜਾਂ ਫੰਡਡ ਫੈਸਿਲਿਟੀਜ਼ ਕਹਿ ਸਕਦੇ ਹਾਂ। ਠੀਕ ਹੈ ਜੀ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਦੋ ਟਾਈਪ ਦੀਆਂ ਫੀ ਬੇਸਡ ਐਕਟੀਵਿਟੀਜ਼ ਜਾਂ ਨॉन ਫੰਡ ਬੇਸਡ ਇਨਕਮਸ ਆ ਜਾਂਦੀਆਂ ਜਿਹੜੀਆਂ ਕਿ ਲੈਟਰ ਆਫ ਕ੍ਰੈਡਿਟ ਹੈ ਤੇ ਬੈਂਕ ਗਾਰੰਟੀ ਹੈ। ਬੈਂਕ ਗਾਰੰਟੀ ਸੋ ਬੈਂਕ ਗਾਰੰਟੀ ਜਿਹੜੀ ਹੈ ਉਹ नॉन ਫੰਡ ਕ੍ਰੈਡਿਟ ਫੈਸਿਲਿਟੀ ਹੈ। ਇਹਦੇ ਵਿੱਚ ਕੀ ਹੈ ਕਿ ਇਹ ਅਨਕੰਡੀਸ਼ਨਲ ਕਮਿਟਮੈਂਟ ਹੈ। ਜਿਹੜੀ ਕਮਿਟਮੈਂਟ ਹੈ that is on the part of the bank on behalf of the customer to pay another person that is the beneficiary a certain sum of money kado if the applicant that is customer fails to pay। अगर कस्टमर पैसे नहीं दिंदा या पेमेंट नहीं करता आपदे बेनिफिशियरी नू या आपदे क्रेडिटर नू तां कौन करूगा? बैंक विल मेक द पेमेंट किदे बिहाफ ते? कस्टमर दे बिहाफ ते। डेफिनेशन ऑफ गारंटी है सब तो पहला। डेफिनेशन ऑफ गारंटी दे विच एग्रीमेंट है। एग्रीमेंट between three parties the bank, beneficiary and the applicant। ਤਾਂ applicant ਇਹਦੇ ਵਿੱਚ ਆਪਾਂ ਕਸਟਮਰ ਨੂੰ ਕਹਿੰਦੇ ਆ। beneficiary ਜਿਹੜਾ ਹੈ ਉਹ creditor ਹੋ ਸਕਦਾ ਜਾਂ ਫਿਰ ਜਿਹੜੀ ਪਾਰਟੀ ਨੂੰ ਆਪਾਂ ਗਾਰੰਟੀ ਪ੍ਰੋਵਾਈਡ ਕਰ ਰਹੇ ਆ ਉਹ ਪਾਰਟੀ ਹੈ। then next is ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ creditor ਹੈ ਉਹ ਨਹੀਂ ਉਹਨੂੰ ਡੈਟਰ ਦੀ ਜਿਹੜੀ ਸੋਲਵੈਂਸੀ ਹੈ ਉਹਦੇ ਬਾਰੇ ਨਹੀਂ ਪਤਾ ਹੁੰਦਾ ਤਾਂ ਕਰਕੇ ਉਹ ਇੱਕ ਪ੍ਰੋਟੈਕਸ਼ਨ ਉਹਨੂੰ ਮਿਲ ਜਾਂਦੀ ਹੈ ਜਦੋਂ ਬੈਂਕ ਗਾਰੰਟੀ ਦੇ ਦਿੰਦਾ। ਤਾਂ ਜਿਹੜਾ ਕਸਟਮਰ ਹੈ ਉਹ ਇੱਕ ਫਿਕਸਡ ਅਮਾਉਂਟ ਜਿਹੜੀ ਹੈ ਉਹ ਬੈਂਕ ਨੂੰ ਪੇ ਕਰਦਾ ਹੈ ਫॉर गिविंग द गारंटी। ਤਾਂ ਉਹ ਗਾਰੰਟੀ ਫੀ ਜਿਹੜੀ ਹੁੰਦੀ ਹੈ ਉਹ नॉन ਇੰਟਰਸਟ ਇਨਕਮ ਟੂ ਦ ਬੈਂਕ ਬਣ ਜਾਂਦੀ ਹੈ। ਪਾਰਟੀਜ਼ ਟੂ ਦ ਗਾਰੰਟੀ ਸਭ ਤੋਂ ਪਹਿਲਾਂ ਆਪਣੇ ਕੋਲ ਗਾਰੰਟਰ ਆ, ਫਿਰ ਸੈਕਿੰਡ ਨੰਬਰ ਤੇ ਪ੍ਰਿੰਸੀਪਲ ਡੈਟਰ ਐਂਡ ਥਰਡ ਇਜ਼ ਬੈਨੀਫੀਸ਼ੀਅਰੀ। ਗਾਰੰਟਰ in this situation guarantor is a bank ਜਿਹੜਾ ਕਿ ਇਸ਼ੂ ਕਰਦਾ ਲੈਟਰ ਆਫ ਗਾਰੰਟੀ। ਸੈਕਿੰਡ ਇਜ਼ ਪ੍ਰਿੰਸੀਪਲ ਡੈਟਰ, ਅ ਕਸਟਮਰ ਹੁੰਦਾ ਇਹਦੇ ਬੇਸ ਦੇ ਵਿੱਚ, ਕਸਟਮਰ ਜਿਹਦੇ ਤੇ ਆਬਲੀਗੇਸ਼ਨ ਹੈ ਟੂ ਪੇ ਦ ਮੰਥਲੀ ਪੇਮੈਂਟ। ਤੇ ਬੈਨੀਫੀਸ਼ੀਅਰੀ ਕੌਣ ਹੈ? ਕ੍ਰੈਡੀਟਰ ਆਫ ਦ ਪ੍ਰਿੰਸੀਪਲ ਡੈਟਰ ਜਿਹਦੇ ਫੇਵਰ ਦੇ ਵਿੱਚ ਗਾਰੰਟੀ ਆਪਾਂ ਦਿੰਨੇ ਆ। ਬੈਂਕ ਗਾਰੰਟੀ ਪ੍ਰੋਸੈਸ ਇਹਦੇ ਵਿੱਚ ਜਿਹੜਾ ਬੈਂਕ ਗਾਰੰਟੀ ਹੈ ਉਹ ਬੈਂਕ ਪ੍ਰੋਵਾਈਡ ਕਰਦਾ ਹੈ ਔਨ ਦ ਰਿਕੁਐਸਟ ਆਫ ਦ ਐਪਲੀਕੈਂਟ that is the customer। ਤਾਂ ਇਹਦੇ ਵਿੱਚ ਕੀ ਹੈ ਕਿ ਬੈਂਕ ਪ੍ਰੋਮਿਸ ਕਰਦਾ ਹੈ ਇੱਕ ਗਾਰੰਟੀ ਅਮਾਉਂਟ ਨੂੰ ਪੇ ਕਰਨ ਦੇ ਲਈ ਟੂ ਦ ਬੈਨੀਫੀਸ਼ੀਅਰੀ ਅਗਰ ਕਸਟਮਰ ਡਿਫਾਲਟ ਕਰਦਾ ਆਪਦੀ ਪੇਮੈਂਟਸ ਦੇ ਵਿੱਚ। ਤਾਂ ਜਦੋਂ ਵੀ ਬੈਂਕ ਗਾਰੰਟੀ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਹੈ ਔਨ ਬਿਹਾਫ ਆਫ ਦ ਬੋਰੋਅਰ
ਉਹ ਆਪਦੇ ਬੋਰੋਅਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਅਸੈਸ ਕਰਦਾ ਥੋਰਲੀ, ਕ੍ਰੈਡਿਟ ਵਰਦੀਨੈਸ ਨੂੰ ਵੀ ਦੇਖਦਾ ਪਲੱਸ ਐਜ਼ ਵੈਲ ਐਜ਼ ਟੈਕਨੀਕਲ ਐਬਿਲਿਟੀ, ਐਕਸਪੀਰੀਅੰਸ ਇਨ ਦ ਲਾਈਨ, ਰੈਪੂਟੇਸ਼ਨ, ਸਾਰਾ ਕੁਝ ਐਕਸੈਸ ਕਰਦਾ ਟੂ ਕੰਪਲੀਟ ਦ ਕੰਟਰੈਕਟ ਸੈਟਿਸਫੈਕਟਰਲੀ। ਜਦੋਂ ਵੀ ਬੈਂਕ ਗਰੰਟੀਜ਼ ਇਸ਼ੂ ਹੁੰਦੀ ਹੈ ਉਦੋਂ ਬੈਂਕਸ ਕੁਝ ਫੀਸ ਜਿਹੜੀ ਹੈ ਉਹ ਨਾਨ ਰਿਫੰਡੇਬਲ ਫੀਸ ਹੁੰਦੀ ਹੈ ਚਾਰਜ ਕਰਦੇ ਆ ਬੋਰੋਅਰ ਤੋਂ। this constitutes banks in non-interest based income. In case of foreign bank guarantees, apart from three parties ਆਪਣੇ ਕੋਲ ਕਿਹੜੀਆਂ ਸੀਗੀਆਂ? ਇੱਕ ਤਾਂ guarantor, second is principal debtor, third is the beneficiary. ਇਹਨਾਂ ਤੋਂ apart ਇੱਕ ਆਪਣੇ ਕੋਲ fourth ਪਾਰਟੀ ਵੀ ਆ ਜਾਂਦੀ ਹੈ, that is correspondent bank. ਅਗਰ ਉਸ ਬੈਂਕ ਦੀ ਬ੍ਰਾਂਚ ਕਿਸੇ ਵੀ ਫੋਰਨ ਕੰਟਰੀ ਦੇ ਵਿੱਚ ਨਹੀਂ ਹੈ ਤਾਂ ਜਿਹੜਾ ਵੀ ਆਪਾਂ ਬੈਂਕ ਗਾਰੰਟੀ ਇਸ਼ੂ ਕਰਦੇ ਆ ਉਹ ਆਪਾਂ ਕੋਰਸਪੋਂਡੈਂਟ ਬੈਂਕ ਦੇ ਥਰੂ ਇਸ਼ੂ ਕਰਦੇ ਆ। Bank does all the required due diligence, financial and business analysis before issuing the guarantee. ਤਾਂ correspondent bank ਦਾ ਇਹ ਕੰਮ ਹੁੰਦਾ। For example, ਇਹਦੇ ਵਿੱਚ ਹੁਣ ABC Limited ਇੱਕ ਐਕਸਪੋਰਟਰ ਹੈ ਜਿਹੜਾ ਕਿ ਦੁਬਈ ਦੇ ਵਿੱਚ ਬੈਂਕ ਗਾਰੰਟੀ ਸੀਕ ਕਰ ਰਿਹਾ ਹੈ ਆਪਦੇ ਇੰਪੋਰਟਰ ਤੋਂ, that is XYZ Private Limited in India। ਅਗਰ ਹੁਣ XYZ Private Limited ਆਪਦੇ ਬੈਂਕ ਨੂੰ, that is ਕਾਰਪੋਰੇਸ਼ਨ ਬੈਂਕ ਹੈ ਇੰਡੀਆ ਦੇ ਵਿੱਚ, ਉਹਨੂੰ ਅਪਰੋਚ ਕਰਦਾ ਬੈਂਕ ਗਾਰੰਟੀ ਦੇ ਲਈ on behalf of the exporter। ਬਟ ਇਫ ਕਾਰਪੋਰੇਸ਼ਨ ਬੈਂਕ ਦੀ ਕੋਈ ਬ੍ਰਾਂਚ ਹੀ ਨਹੀਂ ਹੈ ਦੁਬਈ ਦੇ ਵਿੱਚ ਤਾਂ ਕਾਰਪੋਰੇਸ਼ਨ ਬੈਂਕ ਜਿਹੜਾ ਹੈ ਉਹ ਇਸ਼ੂ ਦ ਗਾਰੰਟੀ ਥਰੂ SBI ਬੈਂਕ, ਤਾਂ ਉਹ SBI ਬੈਂਕ ਦੇ ਥਰੂ ਆਪਦੀ ਗਾਰੰਟੀ ਨੂੰ ਇਸ਼ੂ ਕਰਦਾ। ਤਾਂ ਇਹਦੇ ਵਿੱਚ XYZ ਜਿਹੜਾ ਹੈ ਉਹ ਐਪਲੀਕੈਂਟ ਹੈ, that is ਕਸਟਮਰ, ABC Limited ਜਿਹੜੀ ਹੈ ਉਹ ਬੈਨੀਫੀਸ਼ੀਅਰੀ ਹੈ, ਕਾਰਪੋਰੇਸ਼ਨ ਬੈਂਕ ਜਿਹੜਾ ਉਹ ਇਸ਼ੂਇੰਗ ਬੈਂਕ ਹੈ, ਗਾਰੰਟੀ ਜਿਹੜਾ ਬੈਂਕ ਪ੍ਰੋਵਾਈਡ ਕਰ ਰਿਹਾ, ਤੇ SBI ਬੈਂਕ ਜਿਹੜਾ ਹੈ ਉਹ ਕੋਰਸਪੋਂਡੈਂਟ ਬੈਂਕ ਹੈ। ਗਾਰੰਟੀ ਜਿਹੜੀ ਆ ਉਹ ਇੱਕ ਸਪੈਸੀਫਿਕ ਅਮਾਉਂਟ ਦੇ ਲਈ ਇਸ਼ੂ ਕਰਦਾ ਬੈਂਕ। ਸੈਕੰਡ ਇਜ਼ ਜਿਹੜਾ ਪਰਪਸ ਹੈ ਗਾਰੰਟੀ ਦਾ ਉਹ ਕਲੀਅਰਲੀ ਸਟੇਟਡ ਹੋਣਾ ਚਾਹੀਦਾ ਹੈ। ਦੈਨ ਗਾਰੰਟੀ ਇਜ਼ ਵੈਲਿਡ ਫॉर ਅ ਸਪੈਸੀਫਿਕ ਪੀਰੀਅਡ ਓਨਲੀ, ਤਾਂ ਗ੍ਰੇਸ ਪੀਰੀਅਡ ਜਿਹੜਾ ਉਹ ਅਲਾਉ ਕਰਦੇ ਹੈਗੇ, ਜਿਹੜਾ ਕਿ ਸਾਰਾ ਕੁਝ ਮੈਂਸ਼ਨ ਹੁੰਦਾ ਹੈ ਗਾਰੰਟੀ ਅਗਰੀਮੈਂਟ ਦੇ ਵਿੱਚ। ਇੱਕ ਹੋਰ ਵੀ ਪੁਆਇੰਟ ਵਿੱਚ ਐਡ ਆਨ ਹੁੰਦਾ ਜਿਹੜੇ ਬੈਨੀਫੀਸ਼ੀਅਰੀਜ਼ ਸਟੇਟ ਕਰਦੇ ਆ, ਉਹ ਇੱਕ ਕਲੌਜ਼ ਹੁੰਦਾ ਹੈ ਚਾਰਜਿੰਗ ਪੀਨਲ ਇੰਟਰਸਟ, ਅਗਰ ਇਨ ਕੇਸ ਆਫ ਡਿਲੇਡ ਪੇਮੈਂਟਸ ਦੇ ਵਿੱਚ ਹੁੰਦਾ। ਤਾਂ ਬੈਂਕਸ ਨੂੰ ਬਹੁਤ ਧਿਆਨ ਦੇ ਨਾਲ ਜਦੋਂ ਉਹ ਫਾਈਨਲਾਈਜ਼ ਕਰਦੇ ਆ ਫਾਰਮੈਟ ਨੂੰ ਜਾਂ ਟੈਕਸਟ ਨੂੰ ਕੰਟਰੈਕਟ ਦੇ ਵਿੱਚ, ਅਗਰੀਮੈਂਟ ਦੇ ਵਿੱਚ, ਉਹਨਾਂ ਨੂੰ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਉਹਨਾਂ ਨੂੰ ਫਾਈਨਲਾਈਜ਼ ਕਰਨਾ ਚਾਹੀਦਾ। ਜਦੋਂ ਕੰਟਰੈਕਟ ਸਾਈਨ ਹੁੰਦਾ ਉਦੋਂ ਵੀ ਉਹਨਾਂ ਨੂੰ ਆਪਦੇ ਪ੍ਰੋਵੀਜ਼ਨਸ ਆਫ ਪੈਨਲ ਇੰਟਰਸਟ ਤੇ ਕਲੌਜ਼ਸ ਅਟੈਚ ਟੂ ਦ ਡਿਲੇਜ਼ ਸਭ ਕੁਝ ਨੂੰ ਕਲੀਅਰਲੀ ਨੋਟ ਕਰਨਾ ਬਹੁਤ ਇੰਪੋਰਟੈਂਟ ਹੁੰਦਾ। ਫਿਰ ਹੈ ਆਪਣੇ ਕੋਲੇ ਟਾਈਪਸ ਆਫ ਬੈਂਕ ਗਾਰੰਟੀ। ਤਾਂ ਫਸਟ ਇਜ਼ ਫਾਈਨੈਂਸ਼ੀਅਲ ਗਾਰੰਟੀ। ਫਾਈਨੈਂਸ਼ੀਅਲ ਗਾਰੰਟੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਪ੍ਰਿੰਸੀਪਲ ਡੈਟਰ ਹੈ ਉਹ ਆਪਦੀ ਫਾਈਨੈਂਸ਼ੀਅਲ ਓਬਲੀਗੇਸ਼ਨ ਨੂੰ ਮੀਟ ਕਰੂਗਾ। ਅਗਰ ਇਨ ਕੇਸ ਪ੍ਰਿੰਸੀਪਲ ਡੈਟਰ ਨਹੀਂ ਪੇ ਕਰਦਾ ਅਮਾਉਂਟ ਤਾਂ ਬੈਂਕ ਵਿਲ ਪੇ ਦ ਅਮਾਉਂਟ। The bank as a guarantor will make the payment of the amount. Second is performance guarantee. Performance guarantee ਦੇ ਵਿੱਚ ਇਹੀ ਹੁੰਦਾ ਹੈ ਕਿ ਕੰਪਲੀਟਲੀ ਜਿਹੜੀ ਵੀ ਕੋਈ ਟਾਸਕ ਹੈ ਉਹਨੂੰ ਚੰਗੀ ਤਰ੍ਹਾਂ ਇੱਕ ਪ੍ਰਿੰਸੀਪਲ ਡੈਟਰ ਹੈ ਉਹ ਪਾਰਟਿਕੂਲਰ ਟਾਸਕ ਨੂੰ ਪਰਫਾਰਮ ਕਰੂਗਾ ਜਿਵੇਂ ਵੀ ਪ੍ਰਿਸਕ੍ਰਾਈਬਡ ਹੈ ਉਸ ਗਾਰੰਟੀ ਡਾਕੂਮੈਂਟ ਦੇ ਵਿੱਚ। ਐਡਵਾਂਸ ਪੇਮੈਂਟ ਗਾਰੰਟੀ ਦੇ ਵਿੱਚ ਕੀ ਹੁੰਦਾ ਹੈ, ਇਸ ਗਾਰੰਟੀ ਦੇ ਵਿੱਚ ਅਸ਼ੋਰ ਕਰਦੇ ਹੈ ਕਿ ਅਗਰ ਕੋਈ ਵੀ ਐਡਵਾਂਸ ਅਮਾਉਂਟ ਜਿਹੜੀ ਹੈ ਉਹ ਰਿਟਰਨ ਕੀਤੀ ਜਾਊਗੀ in case the advance is given does not get fulfilled। ਜਿਹਦੇ ਵਾਸਤੇ ਜਿਹੜੇ ਐਗਰੀਮੈਂਟ ਵਾਸਤੇ ਆਪਾਂ ਐਡਵਾਂਸ ਦਿੱਤਾ ਉਹ ਨਹੀਂ ਫੁੱਲਫਿਲ ਹੋ ਰਿਹਾ ਤਾਂ ਆਪਾਂ ਐਡਵਾਂਸ ਪੇਮੈਂਟ ਉਹ ਵਾਪਸ ਕਰਾਂਗੇ। ਪੇਮੈਂਟ ਗਾਰੰਟੀ ਐਂਡ ਲੋਨ ਗਾਰੰਟੀ, ਇਹ ਚ ਹੁੰਦਾ ਕਿ ਅਸ਼ੋਰਿੰਗ ਦ ਪੇਮੈਂਟ ਔਰ ਲੋਨ ਰੀਪੇਮੈਂਟ, ਉਹੀ ਸੇਮ ਹੋ ਗਿਆ ਫਾਈਨੈਂਸ਼ੀਅਲ ਗਾਰੰਟੀ ਦੇ ਵਿੱਚ। ਪੇਮੈਂਟ ਗਾਰੰਟੀ ਮੀਨਸ ਕਿ ਆਪਾਂ ਅਸ਼ੋਰ ਕਰਦੇ ਹਾਂ ਕਿ ਗਾਰੰਟੀ ਆਪਾਂ ਦੇ ਰਹੇ ਹਾਂ ਪੇਮੈਂਟ ਕਰਨ ਦੇ ਲਈ। ਤਾਂ ਅਗਰ ਪਾਰਟੀ ਫੇਲ ਕਰਦੀ ਹੈ ਗਰੰਟਰ ਇਜ਼ ਬਾਉਂਡ ਟੂ ਪੇ ਔਨ ਬਿਹਾਫ ਆਫ ਦ ਡਿਫਾਲਟਿੰਗ ਬੋਰੋਅਰ। ਫਿਰ ਹੈਗਾ ਬਿਡ ਬੌਂਡ ਗਾਰੰਟੀ। ਅਪਾਰਟ ਫਰੋਮ ਦ ਬਿਡਿੰਗ ਪ੍ਰੋਸੈਸ, this guarantee assures that the bidder would undertake the contract he has bid for on the terms the bidding is done। ਤਾਂ ਜਿਵੇਂ ਵੀ ਬਿਡਿੰਗ ਪ੍ਰੋਸੈਸ ਦੇ ਵਿੱਚ ਬਿਡਿੰਗ ਹੁੰਦੀ ਹੈ, ਕੋਈ ਵੀ ਟਰਮਸ ਐਂਡ ਕੰਡੀਸ਼ਨਸ ਹੈ, ਉਹਦੇ ਅਕੋਰਡਿੰਗ ਹੀ ਆਪਾਂ ਬਿਡਰ ਦਾ ਜਿਹੜਾ ਹੈਗੀ ਗਾਰੰਟੀ ਨੂੰ ਅਸ਼ੋਰ ਕਰਦੇ ਹਾਂ। The next is deferred payment guarantee। Last है when the bank guarantees some deferred payments। deferred payment means future ਦੇ ਵਿੱਚ ਜਦੋਂ ਆਪਾਂ payments ਕਰਦੇ ਹਾਂ ਉਹਨਾਂ ਨੂੰ deferred payments ਕਹਿੰਦੇ ਆ। ਤਾਂ for example ਇਹਦੇ ਵਿੱਚ example ਹੈ a company purchases a machine on credit basis with the terms of payment being 6 equal installments। ਤਾਂ ਇਹਦੇ ਵਿੱਚ ਕੀ ਹੈ deferred payment ਹੈ, later means 6 installment ਦੇ ਵਿੱਚ company ਨੇ pay ਕਰਨਾ ਹੈ। Creditor seeks deferred payment guarantee with an assurance that the payment would reach him in the given time period।
ਕੰਫੀਡੈਂਸ ਆਫ ਬੈਂਕ ਗਰੰਟੀ ਫਸਟ ਇਜ਼ ਐਡਸ ਟੂ ਦ ਕ੍ਰੈਡਿਟ ਵਰਦੀਨੈਸ। ਤਾਂ ਜਦੋਂ ਵੀ ਆਪਾਂ ਜਿਹੜਾ ਬੈਂਕ ਗਰੰਟੀ ਆਪਾਂ ਇਸ਼ੂ ਕਰਵਾਉਣੇ ਆ ਬੈਂਕ ਤੋਂ, ਤਾਂ ਉਹਦੇ ਵਿੱਚ ਕੀ ਹੁੰਦਾ, ਐਪਲੀਕੈਂਟ ਦੀ ਕ੍ਰੈਡਿਟ ਵਰਦੀਨੈਸ ਨੂੰ ਦੇ ਵਿੱਚ ਐਡ ਆਨ ਹੋ ਜਾਂਦੀ ਹੈ ਉਹ ਚੀਜ਼। ਸੈਕੰਡ ਇਜ਼ ਅਸੈਸਮੈਂਟ ਆਫ ਦ ਬਿਜ਼ਨਸ। ਤਾਂ ਇਹਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਬੈਂਕ ਗਰੰਟੀ ਆਪਾਂ ਇਸ਼ੂ ਕਰਤਾ ਬੈਂਕ ਗਰੰਟੀ ਲੈਟਰ, ਤਾਂ ਦੈਟ ਮੀਨਸ ਕਿ ਉਹਦੇ ਵਿੱਚ ਆਪਾਂ ਇਹੀ ਸ਼ੋ ਕਰਤਾ ਕਿ ਆਪਾਂ ਚੰਗੀ ਤਰ੍ਹਾਂ ਕਸਟਮਰ ਦੀ ਕ੍ਰੈਡਿਟ ਵਰਦੀਨੈਸ ਨੂੰ ਤੇ ਜਾਂ ਜਿਹੜੀ ਫਾਈਨੈਂਸ਼ੀਅਲ ਸਟੇਬਿਲਿਟੀ ਹੈ ਉਹਨੂੰ ਚੰਗੀ ਤਰ੍ਹਾਂ ਅਸੈਸ ਕਰਕੇ ਫਿਰ ਹੀ ਆਪਾਂ ਬੈਂਕ ਗਰੰਟੀ ਇਸ਼ੂ ਕਰਦੇ ਹਾਂ। ਕੌਨਫੀਡੈਂਸ ਆਫ ਪਰਫਾਰਮੈਂਸ, ਇਹਦੇ ਵਿੱਚ ਐਂ ਹੁੰਦਾ ਕਿ ਅਗਰ ਕਿਸੇ ਵੀ ਕਸਟਮਰ ਨੇ ਬੈਂਕ ਗਰੰਟੀ ਇਸ਼ੂ ਕਰਵਾ ਲਈ ਬੈਂਕ ਤੋਂ, ਤਾਂ ਉਹ ਜਿਹੜਾ ਕ੍ਰੈਡੀਟਰ ਹੈ ਉਹਨੂੰ ਇੱਕ ਕੌਨਫੀਡੈਂਸ ਆ ਜਾਂਦਾ ਕਿ ਯੈਸ ਸਾਡੀ ਪੇਮੈਂਟ ਕਦੇ ਵੀ ਫੇਲ ਨਹੀਂ ਹੋਊਗੀ, ਰਿਸਕ ਜਿਹੜਾ ਹੈ ਉਹ ਬੈਨੀਫੀਸ਼ਰੀ ਦਾ ਘਟ ਜਾਂਦਾ ਹੈ। ਤਾਂ ਲਾਸਟ ਇਜ਼ ਰਿਸਕ ਰਿਡਕਸ਼ਨ। ਰਿਸਕ ਰਿਡਕਸ਼ਨ ਦੇ ਵਿੱਚ ਇਹੀ ਹੈ ਕਿ ਐਡਵਾਂਸ ਪੇਮੈਂਟ ਜਿਹੜੀ ਗਰੰਟੀ ਕਰਦੇ ਆ ਉਹ ਇੱਕ ਪ੍ਰੋਟੈਕਸ਼ਨ ਹੀ ਹੁੰਦੀ ਹੈ ਕਿ ਅਗਰ ਮੈਨੂੰ ਕਸਟਮਰ ਨੇ ਪੈਸੇ ਨਹੀਂ ਪ੍ਰੋਵਾਈਡ ਕੀਤੇ ਤਾਂ ਡੈਫੀਨੇਟਲੀ ਦ ਬੈਂਕ ਵਿਲ ਪ੍ਰੋਵਾਈਡ ਦ ਸੇਮ ਟੂ।